ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ 8ਵੀਂ ਸ਼੍ਰੇਣੀ ਦਾ ਪਾਠ ਨੰਬਰ 9 ਕਿੱਥੇ, ਕਦੋਂ ਅਤੇ ਕਿਵੇਂ ਇਸ ਦੇ ਅਭਿਆਸ ਕਰਾਂਗੇ। ਇੱਕ ਅਭਿਆਸ ਸਲਾਈਡ ਮਾਧਿਅਮ ਦੁਆਰਾ ਔਰ ਅੰਤ ਦੇ ਵਿੱਚ ਇਸ ਦੇ ਪ੍ਰਸ਼ਨ ਉੱਤਰ ਵੀ ਕਰਾਂਗੇ। ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਔਰ ਜੋ ਵੀ ਮਹੱਤਵਪੂਰਨ ਜਾਣਕਾਰੀ ਹੈ ਉਸ ਨੂੰ ਨੋਟ ਕਰ ਲੈਣਾ। ਸਭ ਤੋਂ ਪਹਿਲਾਂ ਅਸੀਂ ਦੇਖੀਏ ਤਾਂ ਇਤਿਹਾਸ ਦੇ ਕਾਲ। ਇਤਿਹਾਸ ਅਤੀਤ ਦਾ ਅਧਿਐਨ ਹੈ। ਇਤਿਹਾਸਕਾਰਾਂ ਨੇ ਸੰਸਾਰ ਦੇ ਜੋ ਇਤਿਹਾਸ ਹੈ ਇਸ ਨੂੰ 3 ਕਾਲਾਂ ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ਕਾਲ ਵਿੱਚ ਵੰਡਿਆ ਹੈ। ਇਸ ਤਰ੍ਹਾਂ ਹੀ ਭਾਰਤੀ ਇਤਿਹਾਸਕਾਰਾਂ ਨੇ ਵੀ ਭਾਰਤ ਦਾ ਜੋ ਇਤਿਹਾਸ ਹੈ ਉਸ ਨੂੰ 3 ਕਾਲਾਂ ਦੇ ਵਿੱਚ ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ਕਾਲ ਦੇ ਵਿੱਚ ਵੰਡਿਆ ਹੈ। ਯਾਨੀ ਕਿ ਜੋ ਇਤਿਹਾਸ ਹੈ ਉਸ ਨੂੰ 3 ਕਾਲਾਂ ਦੇ ਵਿੱਚ ਵੰਡਿਆ ਗਿਆ ਹੈ: ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ਕਾਲ। ਪ੍ਰਾਚੀਨ ਕਾਲ ਪੁਰਾਣਾ ਸਮਾਂ ਜਿਹਨੂੰ ਕਹਿ ਲੈਂਦੇ ਅਸੀਂ, ਪੁਰਾਣਾ, ਪ੍ਰਾਚੀਨ, ਮੱਧਕਾਲੀਨ ਵਿਚਕਾਰ ਵਾਲਾ ਅਤੇ ਆਧੁਨਿਕ ਜੋ ਹੁਣ ਹੈ ਜਾਂ ਜੋ ਚੱਲ ਰਿਹਾ ਹੈ। ਪਰੰਤੂ ਇਹਨਾਂ ਕਾਲਾਂ ਦੀ ਸ਼ੁਰੂਆਤ ਹੈ ਜਿਹੜੀ ਸਮੇਂ ਤੇ ਸੰਸਾਰ ਵਿੱਚ ਕਹਿੰਦਾ ਵੱਖੋ ਵੱਖਰੀ ਰਹੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਭਾਰਤ ਵਿੱਚ 16ਵੀਂ ਸਦੀ ਵਿੱਚ ਜਦੋਂ ਬਾਬਰ, ਹਮਾਯੂ ਅਤੇ ਅਕਬਰ ਵਰਗੇ ਮੁਗਲ ਬਾਦਸ਼ਾਹਾਂ ਨੇ ਭਾਰਤ ਉੱਤੇ ਰਾਜ ਕੀਤਾ ਸੀ ਤਾਂ ਉਦੋਂ ਮੱਧਕਾਲ ਸੀ। ਮੱਧਕਾਲੀਨ ਕਾਲ ਸੀ ਤਾਂ ਭਾਰਤ ਵਿੱਚ ਜਿਹੜਾ ਆਧੁਨਿਕ ਕਾਲ ਦਾ ਆਰੰਭ ਹੈ 16ਵੀਂ 18ਵੀਂ ਸਦੀ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਪਿੱਛੋਂ ਹੋਇਆ। ਯਾਨੀ ਕਿ ਸਾਡੇ ਜੋ ਭਾਰਤ ਦੇ ਵਿੱਚ ਅਸੀਂ ਗੱਲ ਕਰੀਏ ਆਧੁਨਿਕ ਕਾਲ ਦੇ ਆਰੰਭ ਦੀ ਤਾਂ ਉਹ 16ਵੀਂ ਸਦੀ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਪਿੱਛੋਂ ਹੋਇਆ। ਔਰ ਜੇ ਅਸੀਂ ਮੱਧ ਕਾਲ ਦੀ ਗੱਲ ਕਰੀਏ ਤਾਂ 16ਵੀਂ ਸਦੀ ਦਾ ਜਿਹੜਾ ਕਾਲ ਸੀਗਾ ਉਹ ਸਾਡਾ ਮੱਧ ਕਾਲ ਸੀਗਾ। ਔਰ ਇੱਕ ਗੱਲ ਇੱਥੇ ਤੁਹਾਨੂੰ ਦੱਸ ਦਈਏ, ਯੂਰਪ ਦੇ ਦੇਸ਼ਾਂ ਦੇ ਵਿੱਚ ਜਿਹੜਾ ਆਧੁਨਿਕ ਕਾਲ ਦਾ ਆਰੰਭ 16ਵੀਂ ਸਦੀ ਵਿੱਚ ਹੋ ਚੁੱਕਿਆ ਸੀ। ਠੀਕ ਹੈ, ਹੋਇਆ ਮੰਨਿਆ ਜਾਂਦਾ ਹੈ। ਪਰ ਭਾਰਤ ਵਿੱਚ ਜਿਹੜਾ ਆਧੁਨਿਕ ਕਾਲ ਦਾ ਆਰੰਭ ਆ ਉਸ ਦਾ ਜਿਹੜਾ ਆਰੰਭ ਹੋਇਆ 18ਵੀਂ ਸਦੀ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਪਿੱਛੋਂ ਹੋਇਆ। ਇਸ ਸਮੇਂ ਪੁਰਾਣੀਆਂ ਸ਼ਕਤੀਆਂ ਕਮਜ਼ੋਰ ਹੋਣ ਲੱਗ ਪਈਆਂ ਅਤੇ ਉਹਨਾਂ ਦੀ ਥਾਂ ਨਵੀਆਂ ਸ਼ਕਤੀਆਂ ਦਾ ਉਭਾਰ ਹੋਇਆ। ਇਹਨਾਂ ਸ਼ਕਤੀਆਂ ਦੇ ਆਪਸੀ ਝਗੜਿਆਂ ਨੇ ਬਹੁਤ ਸਾਰੀਆਂ ਵਿਦੇਸ਼ੀ ਸ਼ਕਤੀਆਂ ਪੁਰਤਗਾਲੀ, ਡੱਚ, ਅੰਗਰੇਜ਼ ਅਤੇ ਫਰਾਂਸੀਸੀ ਨੂੰ ਭਾਰਤ ਵਿੱਚ ਆਪਣਾ ਸਾਮਰਾਜ ਸਥਾਪਿਤ ਕਰਨ ਲਈ ਸੱਦਾ ਦਿੱਤਾ। ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਸ਼ਕਤੀਆਂ ਹੈਗੀਆਂ ਉਹ ਕਮਜ਼ੋਰ ਹੋ ਜਾਂਦਾ ਹੈ ਮੁਗਲ ਸਾਮਰਾਜ। ਤਾਂ ਬਹੁਤ ਸਾਰੀਆਂ ਨਵੀਆਂ ਸ਼ਕਤੀਆਂ ਜਿਹੜੀਆਂ ਉੱਭਰ ਕੇ ਸਾਹਮਣੇ ਆਉਂਦੀਆਂ, ਜਿਵੇਂ ਸੀ ਮਰਾਠੇ, ਸਿੱਖ, ਰੋਹੇਲੇ, ਪਠਾਨ, ਰਾਜਪੂਤ। ਤਾਂ ਉਹਨਾਂ ਦੇ ਆਪਸੀ ਝਗੜਿਆਂ ਨੇ ਉਹ ਆਪਸ ਵਿੱਚ ਫਿਰ ਉਹਨਾਂ ਦੇ ਝਗੜੇ ਸ਼ੁਰੂ ਹੋ ਜਾਂਦੇ ਆ ਸੱਤਾ ਨੂੰ ਪ੍ਰਾਪਤ ਕਰਨ ਦੇ ਲਈ, ਆਪਣੀਆਂ ਰਾਜ ਦੀਆਂ ਸੀਮਾਵਾਂ ਨੂੰ ਲੈ ਕੇ, ਆਪਣੇ ਰਾਜ ਪਾਠ ਨੂੰ ਲੈ ਕੇ। ਤਾਂ ਉਹਨਾਂ ਦੇ ਆਪਸੀ ਝਗੜਿਆਂ ਨੇ ਫਿਰ ਵਿਦੇਸ਼ੀ ਸ਼ਕਤੀਆਂ ਸੀਗੀਆਂ ਜਿਹੜੀਆਂ ਪੁਰਤਗਾਲੀ, ਡੱਚ, ਅੰਗਰੇਜ਼ ਅਤੇ ਫਰਾਂਸੀਸੀ, ਉਹਨਾਂ ਨੂੰ ਭਾਰਤ ਵਿੱਚ ਆਪਣਾ ਸਾਮਰਾਜ ਸਥਾਪਿਤ ਕਰਨ ਲਈ ਸੱਦਾ ਦਿੱਤਾ। ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਮੁਗਲ ਸਾਮਰਾਜ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਬਹੁਤ ਸਾਰੀਆਂ ਰਿਆਸਤਾਂ ਸੀਗੀਆਂ ਉਸ ਸਮੇਂ ਦੀਆਂ ਜਿਹੜੀਆਂ ਉਹਨਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ। ਜਿਹਦੇ ਵਿੱਚੋਂ ਸਭ ਤੋਂ ਪਹਿਲਾਂ 1724 ਈਸਵੀ ਵਿੱਚ ਸਭ ਤੋਂ ਪਹਿਲਾਂ ਨਿਜ਼ਾਮ ਉਲ ਮੁਲਕ ਨੇ ਹੈਦਰਾਬਾਦ ਸੁਤੰਤਰ ਰਾਜ ਦੀ ਨੀਂਹ ਰੱਖੀ। ਠੀਕ ਹੈ, ਆਧੁਨਿਕ ਕਾਲ ਦੌਰਾਨ ਪ੍ਰਮੁੱਖ ਜਿਹੜੀਆਂ ਪ੍ਰਗਤੀਆਂ ਹੋਈਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ 1724 ਈਸਵੀ ਦੇ ਵਿੱਚ ਨਿਜ਼ਾਮ ਉਲ ਮੁਲਕ ਦੁਆਰਾ ਆਪਣਾ ਜਿਹੜਾ ਰਾਜ ਨੂੰ ਸੁਤੰਤਰ ਘੋਸ਼ਿਤ ਕੀਤਾ ਗਿਆ, ਨੀਂਹ ਰੱਖੀ। ਫਿਰ 1939 ਈਸਵੀ ਵਿੱਚ ਸਆਦਤ ਖਾਨ ਨੇ ਅਵਧ ਨੂੰ ਇੱਕ ਸੁਤੰਤਰ ਰਾਜ ਬਣਾਇਆ 1939 ਈਸਵੀ ਦੇ ਵਿੱਚ। ਇਸੇ ਤਰ੍ਹਾਂ ਹੀ ਦੱਖਣ ਵਿੱਚ ਮੈਸੂਰ ਸੁਤੰਤਰ ਰਾਜ ਦੀ ਸਥਾਪਨਾ ਹੋਈ। ਜਿਸ ਦਾ ਸ਼ਾਸਕ ਹੈਦਰ ਅਲੀ ਅਤੇ ਉਸ ਦਾ ਪੁੱਤਰ ਕੌਣ ਸੀ? ਟੀਪੂ ਸੁਲਤਾਨ ਸੀ। ਇਸ ਤਰ੍ਹਾਂ ਜਿਹੜਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਸ਼ਕਤੀਆਂ ਉੱਭਰ ਕੇ ਸਾਹਮਣੇ ਆ ਤਾਂ ਉਹਨਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ। ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਫਿਰ ਅਸੀਂ ਜਿਵੇਂ ਪਹਿਲਾਂ ਪੜ੍ਹ ਹੀ ਚੁੱਕੇ ਹਾਂ ਕਿ ਜਿਹੜੀਆਂ ਵਿਦੇਸ਼ੀ ਸ਼ਕਤੀਆਂ ਸੀਗੀਆਂ ਉਹਨਾਂ ਦੇ ਵਿੱਚ ਪੁਰਤਗਾਲੀ, ਡੱਚ, ਅੰਗਰੇਜ਼, ਫਰਾਂਸੀਸੀ ਜਿਹੜੇ ਸੀਗੇ ਤਾਂ ਇਹਨਾਂ ਸਾਰੀਆਂ ਦੇ ਵਿੱਚ ਹੌਲੀ ਇੱਕ ਲੰਬਾ ਸੰਘਰਸ਼ ਹੋਇਆ, ਜਿਹਦੇ ਵਿੱਚ ਉੱਭਰ ਕੇ ਸਾਹਮਣੇ ਆਉਣ ਵਾਲੀਆਂ 2 ਸ਼ਕਤੀਆਂ ਰਹਿ ਗਈਆਂ, ਅੰਗਰੇਜ਼ ਅਤੇ ਫਰਾਂਸੀਸੀ। ਇਹਨਾਂ ਦੇ ਵਿਚਕਾਰ ਵੀ 1744 ਈਸਵੀ ਤੋਂ 1763 ਈਸਵੀ ਤੱਕ ਕਰਨਾਟਕ ਦੇ 3 ਯੁੱਧ ਹੋਏ, ਜਿਨ੍ਹਾਂ ਵਿੱਚ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ। ਯਾਨੀ ਕਿ ਹੁਣ ਫਰਾਂਸੀਸੀ ਵੀ ਹਾਰ ਗਏ ਸੀ ਔਰ ਭਾਰਤ ਦੇ ਉੱਪਰ ਅੰਗਰੇਜ਼ਾਂ ਨੇ ਜਿਹੜੀ ਆਪਣੀ ਉਹ
ਜਿੱਤ ਪ੍ਰਾਪਤ ਕਰ ਲਈ ਸੀ 1744 ਤੋਂ। इस तरह की है अंग्रेज़ों का साढ़े भारत के उपर फिर हौली हौली उन्होंने साढ़े भारत के उपर जो अधिकार करना शुरू कर दिता और इन्होंने युद्धों तो बाद जोड़ा भारत आ उत्ते उन्होंने अपने व्यापार उत्ते अधिकार कर लिया। इस तरह भारतीय कला के शिल्पकार तबाह हो गए इनके अंग्रेज मुगल साम्राज्य का पतन पिछों अंग्रेज़ों ने भारतीय व्यापार उत्ते अपना अधिकार कर लिया तो जोड़ा भारत का भारतीय शिल्प सी भारतीय कला सी उसका पतन यानी कि वो तबाह हो गई। ठीक है यानी कि मशीनी युग आ गया अंग्रेज़ों ने अपन मशीनों का तैयार माल है जो भारत में लिया के बेचना शुरू कर दिता जिस नाल की है भारत की शिल्पकार सी जो कला सी जो तबाह हो गई। अगे गल करते हैं जी आधुनिक भारतीय इतिहास के प्रमुख स्रोत हुण किहड़े स्रोत आ किहड़े समय आ जिन्हां तो सानूं भारतीय आधुनिक काल के समय दी कुछ महत्वपूर्ण घटनावां या उस समय की जानकारी सानूं प्राप्त होती है। इतिहास की गल करिए तो इतिहासिक स्रोतों पर निर्भर करना पैंदा सानूं इतिहासकार नूं जे किसी चीज़ का उसने इतिहास लिखना है तो उसनूं उसके इतिहासिक समय इतिहासिक स्रोतों के उपर निर्भर होना पैंदा यानी कि उहदे कोले वो प्रूफ होने चाहिए सबूत होने चाहिए जिन्हां के आधार पर उसने उस समय का इतिहास लिखना है। तो इस दे विच असीं वेखदे हां पुस्तकां सरकारी दस्तावेज़ है अखबारां मैगजीन अते रसाले आ इतिहासिक इमारतां चित्रकारी अते बुत कला है। तो सब तो पहला असीं गल करिए इस दे विच पुस्तकां दी आधुनिक काल विच छापेखाने की खोज नाल भारतीय भाषावां अते अंग्रेजी भाषावां विच पुस्तकां छापियां गईयां जिन्हां तो सानूं ਸਾਹਿਤ कला विज्ञान इतिहास अते संगीत आदि बारे जानकारी मिलती है। यानी कि आधुनिक समय में जी छापेखाने की खोज नाल बहुत सारिया भाषावां दे विच भारतीय भाषावां दे विच अंग्रेजी भाषावां दे विच पुस्तकां छापियां गईयां। ठीक है ਸਾਹਿਤ कला विज्ञान यानी कि उस समय दी पुस्तकां पढ़ के सानूं उस समय के ਸਾਹਿਤ कला विज्ञान ते इतिहास ते संगीत विच आदि बारे जी सानूं जानकारी मिलती है जो कि आधुनिक समय के इतिहास की जो आरंभ होंदा है तो उस समय की सानूं जानकारी दिंदियां हन जिस तो सानूं उस समय के इतिहास बारे बहुत वड्डी उस समय बारे बहुत वड्डी जानकारी मिलती है कि किस तरह का वो कला सी किस तरह का ਸਾਹਿਤ सी विज्ञान विच की कुछ सी इतिहास संगीत के विच की चीज़ां ये उस समय दीयां पुस्तकां नूं असीं पढ़ के कोई भी असीं पुस्तक पढ़ के उस समय दीयां जिहड़ियां पुस्तकां मिलियां ने उन्हां तो इस समय के इतिहास बारे इस तरह जिहड़ियां पुस्तकां हैगियां आधुनिक काल दे की है प्रमुख स्रोतों विचों एक है जो उस समय की सानूं जानकारी दिंदी है। सरकारी दस्तावेज इस द्वारा सानूं भारतीय ताकतां ते विदेशी ताकतां दे आपसी व्यवहार अते किस तरह अंग्रेज़ों ने भारतीय ताकतां नूं अपने अधीन कीता बारे जानकारी मिलती है। अंग्रेजी दस्तावेज तो भाव है कि उस समय जो भी प्रशासनिक कार्रवाई होंदी सी या किसी जो अंग्रेज आए तो अंग्रेज़ों ने जो समझौते जो संधियां या जो नीति द्वारा साढ़े ਵੱਖ-ਵੱਖ राज भारत के राजा नूं अपने अधीन किया वो सारा एक लिखती रूप के सरकारी कागजां विच दर्ज है। तो उस समय के वो सरकारी दस्तावेज है जिहड़े सानूं उस समय के इतिहास नूं जानन दे विच बहुत महत्वपूर्ण भूमिका निभाउंदे हन। पता लगता है कि किस तरह या लैप्स नीति राही या किसी होर नीति के राही किस तरह सरकार अंग्रेजी साम्राज्य ने अंग्रेजी शासन ने साढ़े भारत में हौली हौली अपने अधीन लेके आंदा। तो इस तरह जोड़े सरकारी दस्तावेज है ये भी आधुनिक काल दौरान उस समय की जानकारी देने के एक प्रमुख इतिहासिक स्रोत हैं। अखबारां मैगजीन अते रसाले ਵੱਖ-ਵੱਖ ਭਾਸ਼ਾਵਾਂ ਵਿੱਚ छापे गए अखबारां मैगजीन अते रसालियां तो भी सानू ਭਾਰਤ ਦੇ आधुनिक काल बारे जानकारी मिलती है। मैगजीन रसाले अखबार से जोड़े इन्हों तो भी सानू मान लो जिस तरह देखते हो तुम अज के समय के जो भी खबर छपदियाँ ये अखबार के छपियां हुई इस पेपर में इस अखबार में तुम सामभ के रखोगे तो आने वाले समय के एक की इस समय की जानकारी का प्रमुख स्रोत बन जाते हैं। उस तरह उस समय दी भाषावां दे विच छापे गए अखबार मैगजीन रसाले है जो वो भारत के उस समय के काल की जानकारी देने में महत्वपूर्ण भूमिका निभाते हैं कि किहड़ियां घटना किहड़े टाइम ते उस समय में घटियां। अखबारां ते मैगजीन रसाले भी हैं उस समय के इत्थे गल दसदी कि उस समय के चलते अखबार है जो उन्होंने द ट्रिब्यून दी टाइम्स ऑफ इंडिया अज भी छापे जाते हैं जो उस समय भी छपते सी तो अज भी छापे हैं। इस तरह सानू ये भी उस समय की महत्वपूर्ण जानकारी देंगे ये भी इतिहास के महत्वपूर्ण स्रोत हैं। इतिहासिक इमारतों की गल करिए तो इतिहासिक इमारतों तो सानू उस समय की भारत की भवन उसारी कला बारे जानकारी मिलती है। इतिहासिक इमारतों के विच राष्ट्रीय भवन है संसद भवन दिल्ली है यानी कि उस दी
जो कलाकारी है उस समय के कारीगरां दी, सानू इन्हां इमारतां नूं देखण तो पता लगदी है कि किन्नी वधिया और किन्नी सुचज्जे ढंग दे नाल कह लो कि उन्होंने इस इमारतां दी इन्हां दी कलाकारी कीती। तो ये भी एक इतिहास नूं, उस समय के इतिहास नूं बयान करदियां इमारतां जो सानू आधुनिक काल के मुख स्रोतां दे विचों एक ਹਨ। चित्रकारी ਅਤੇ बुत कला की गल की जाए तो इन्हां तो सानू राष्ट्रीय नेतावां ਅਤੇ महान इतिहासिक शख्सियतां बारे बारे महत्वपूर्ण जानकारी प्राप्त होती है। ठीक है, चित्रकारी के विच उस समय के महान पुरखों के चित्र और उन्होंने बुत जो बनाए जाते हैं, ठीक है, तो उन्होंने तो सानू की है बहुत ही महत्वपूर्ण जानकारी मिलती है कि उस समय उन्हों का उस समय के इतिहास विच या उस समय के काल विच उन्हों का की रोल रहा, की योगदान रहा, सारी जानकारी सानू उन्होंने प्राप्त होती है। ये सन साडे आधुनिक काल दौरान प्रमुख इतिहासिक स्रोत जिन्हों तो सानू उस समय के इतिहास की, उस समय के काल की जानकारी प्राप्त होती है। इस तो अगे इसलिए कुछ प्रश्न ने, महत्वपूर्ण प्रश्न ने, तुसीं इन्हों अपनी कॉपी पर नोट कर सकते हो, वीडियो को पॉज करके और अपनी कापी पर इन्हों नोट डाउन कर लेना है। इतिहासिक इमारतों बारे संखेप जानकारी है, सरकारी दस्तावेजों के नोट लिखो। ये 7 प्रश्न ने, इन्होंने अपनी कॉपी पर चंगी तरह तुसीं नोट कर लेना। और इसी तरह इस चैनल को सबसक्राइब जरूर करो ताकि आने वाला हरेक वीडियो तुहाडे तक इसी तरह आसानी नाल पहुँचता रहे। उसके लिए घंटी वाले बटन को दबाओ। अगला वीडियो लैके अगले लैसन का तुहाडे तक पहुँचदा जरूर हाजिर होवांगे। तद तक लिए तुहाडा सारा दा समय शुभ होवे। बहुत बहुत धन्यवाद।